ਦੇ ਨਜ਼ਦੀਕ ਬੈਠੋਗੇ, ਰੋਜ਼ ਪੜ੍ਹਦੇ ਹੋ ਨਾ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇ ਸਾਹੋ। ਉਹ ਸੱਚਾ ਪਾਤਸ਼ਾਹ ਸ਼ਾਹਾਂ ਦਾ ਸ਼ਾਹ ਹੈ। ਪੁਰਾਤਨ ਬੋਲੀ ਪਿੰਡਾਂ ਵਿੱਚ ਕੋਈ ਧਨਾੜ ਵਿਅਕਤੀ ਹੁੰਦਾ ਸੀ, ਉਸ ਨੂੰ ਆਖਿਆ ਜਾਂਦਾ ਸੀ ਵੀ ਇਹ ਤੇ ਪਿੰਡ ਦਾ ਸ਼ਾਹ ਹੈ, ਭਾਵ ਮਾਲਕ ਹੈ, ਜੋ ਚਾਹੇ ਇਸ ਦਾ ਹੁਕਮ ਚੱਲਦਾ ਹੈ, ਸਭ ਇਸ ਦੀ ਈਨ ਮੰਨਦੇ ਹਨ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੇ ਇੱਕ ਵਾਰ ਪਿਆਰ ਨਾਲ ਮੱਥਾ ਟੇਕੋ ਤੇ ਜਪੋ ਸ੍ਰੀ ਵਾਹਿਗੁਰੂ। ਇਹ ਸ਼ਾਹਾਂ ਦਾ ਸ਼ਾਹ ਹੈ। ਇਹ ਸ਼ਾਹਾਂ ਨੂੰ ਸ਼ਾਹ ਬਣਾਉਣ ਵਾਲਾ ਹੈ। ਹਰ ਕੋਈ ਚਾਹੁੰਦਾ ਹੈ, ਹਰ ਕਿਸੇ ਦੇ ਮਨ ਵਿੱਚ ਇੱਛਾ ਹੈ ਕਿ ਸੰਸਾਰ ਵਿੱਚ ਮੈਂ ਵੱਡਾ ਪੁਰਖ ਬਣ ਜਾਵਾਂ, ਸਭ ਮੈਨੂੰ ਨਿਉਣ, ਮੇਰਾ ਹਰ ਥਾਈਂ ਆਦਰ ਸਤਿਕਾਰ ਹੋਵੇ। ਤੇ ਜੇ ਤੂੰ ਉਸ ਸ਼ਾਹਾਂ ਦੇ ਸ਼ਾਹ ਨਾਲ, ਇਥੋਂ ਦਾ ਤੇ ਮੈਨੂੰ ਪਤਾ ਨਹੀਂ, ਇੰਡੀਆ ਵਿੱਚ ਤੇ ਆਮ ਤੌਰ ਤੇ ਕਿਉਂਕਿ ਖਲਕਤ ਬਹੁਤ ਹੈ, ਦੁਨੀਆ ਬਹੁਤ ਹੈ, ਬੜੇ ਲੋਕੀ ਸਵੇਰੇ ਉੱਠਦੇ ਹਨ ਤੇ ਰੋਜ਼ ਕਿਸੇ ਨਾ ਕਿਸੇ ਮਿਨਿਸਟਰ ਨੂੰ ਬਸ ਐਵੇਂ ਹੀ ਮਿਲਣ ਚਲੇ ਜਾਂਦੇ ਆ, ਰੋਜ਼ ਮਿਲ ਕੇ ਆਉਂਦੇ। ਗਲੀ ਦਾ ਕੋਈ ਪ੍ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਭਾਵੇਂ ਪ੍ਰੈਜ਼ੀਡੈਂਟ ਹੋਵੇ, ਕੋਈ ਮੁਹੱਲੇ ਦਾ MLA ਹੋਵੇ, ਕੋਈ ਮਿਨਿਸਟਰ ਹੋਵੇ, ਰੋਜ਼ ਉਸ ਨੂੰ ਮਿਲਣ ਚਲੇ ਜਾਂਦੇ ਹਨ। ਕੇਵਲ ਹੌਲੀ ਹੌਲੀ ਜਾਂਦੇ ਹਾਂ, ਉਸ ਨੂੰ ਤੁਹਾਡੀ ਸ਼ਕਲ ਦੀ ਪਛਾਣ ਹੋ ਜਾਂਦੀ ਹੈ। ਫਿਰ ਕਦੀ ਜੇ ਕੋਈ ਕੰਮ ਪੈ ਜਾਵੇ, ਫਿਰ ਲਾਈਨ ਵਿੱਚ ਲੱਗਣਾ ਨਹੀਂ ਪੈਂਦਾ, ਫਿਰ ਉਹ ਦੂਰੋਂ ਤੱਕ ਕੇ ਤੇ ਸੱਦ ਲੈਂਦਾ ਬਈ ਇਹ ਮੇਰਾ ਵਾਕਫ ਹੈ, ਪਛਾਣਿਆ ਬੰਦਾ। ਸਿਰਫ ਇਸ ਕਾਰਨ ਕਿ ਰੋਜ਼ ਉਸ ਦੇ ਮੱਥੇ ਲੱਗਦਾ। ਤੇ ਜੇ ਰੋਜ਼ ਉਸ ਦੇ ਕੋਲ ਜਾ ਕੇ ਬੈਠ ਜਾਈਏ, ਉਸ ਦੀ ਸੇਵਾ ਕਰੀਏ, ਤੇ ਜਿਤਨੇ ਉਸ ਨੂੰ ਮਿਲਣ ਆਵਣਗੇ ਉਹਨਾਂ ਦੇ ਸਾਹਮਣੇ ਤੇਰੀ ਪੋਜੀਸ਼ਨ ਕਿਤਨੀ ਉੱਚੀ ਹੋ ਜਾਵੇਗੀ। ਬਈ ਇਹ ਰੋਜ਼ ਮਿਨਿਸਟਰ ਦੇ ਨਾਲ ਹੁੰਦਾ, ਇਸ ਦੀ ਬੜੀ ਬੜੀ ਬਣਾਈ ਹੈ। ਹੁਣ ਇਹੋ ਬਾਤ ਹੈ, ਪੰਕਤੀ ਇੱਕ ਹੈ, ਇਹ ਸੰਸਾਰਕ ਮਿਸਾਲ ਸੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੋਜ਼ ਕੋਲ ਆ ਮੱਥਾ ਟੇਕਣ। ਤੇਰੀ ਸਾਂਝ ਹੋ ਜਾਏਗੀ ਨਾ ਜਿਸ ਦਿਨ, ਉਸ ਦਿਨ ਤੇਰੀ ਸਾਰੇ ਕੰਮ ਸੌਰ ਜਾਣਗੇ। ਤੇ ਜੇ ਤੂੰ ਰੋਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬੈਠੇ, ਫਿਰ ਉਸ ਦਾ ਫਲ ਕੀ ਹੈ? ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠਣ ਦਾ ਫਲ ਸਭਨਾ ਦਾ ਵੈਸਾ। ਜਿਤਨੀ ਖਲਕਤ ਹੈ, ਕੇਵਲ ਖਲਕਤ ਨਹੀਂ ਸਾਧ ਸੰਗਤ, 33 ਕਰੋੜ ਦੇਵੀ ਦੇਵਤਾ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਆਉਂਦਾ ਹੈ। ਜੇ ਤੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੋਜ਼ ਬੈਠੇ, ਉਹਨਾਂ ਦਾ ਵੀ ਤੇਰੇ ਤੇ ਇਤਬਾਰ ਬਣ ਜਾਵੇਗਾ। ਜਿਸ ਪਾਸ ਬੈਠਿਆ ਸੋਈ, ਤੇਰੀ ਸੋਭਾ ਵਧੇਗੀ, ਸਭਨਾ ਦਾ ਵੇਸਾ ਹੋ, ਸਾਰਿਆਂ ਦਾ ਤੇਰੇ ਤੇ ਇਤਬਾਰ ਬਣ ਜਾਏਗਾ। ਬਈ ਇਹ ਇਤਬਾਰੀ ਬੰਦਾ, ਇਸ ਦੀ ਗੱਲ ਪਾਏਦਾਰ ਹੈ। ਇੱਕ ਤੇ ਇਹ ਲਾਭ ਹੈ, ਜਿਤਨਾ ਨੇੜੇ ਹੋ ਕੇ ਬੈਠੋ। ਕੇਵਲ ਇੱਥੇ ਹੀ ਨਹੀਂ, ਜਿੱਥੇ ਵੀ ਗੁਰਦੁਆਰੇ ਜਾਓ, ਮੱਥਾ ਟੇਕੋ, ਜਿਤਨਾ ਸੰਗਤ ਵਿੱਚ ਅਗਾਂਹ ਹੋ ਕੇ ਬੈਠਣ ਦੀ ਥਾਂ ਮਿਲੇ, ਤੁਹਾਡਾ ਲਾਭ ਹੈ। ਔਰ ਦੂਸਰੀ ਬਾਤ, ਜਿਤਨਾ ਨੇੜੇ ਬੈਠੋਗੇ ਤੁਹਾਡਾ ਕੀਰਤਨ ਵਿੱਚ ਮਨ ਲੱਗੇਗਾ। ਜਿਤਨਾ ਦੂਰ ਬੈਠੋਗੇ
ਜਿੱਥੋਂ ਤੱਕ ਕੀਰਤਨ ਦੀ ਆਵਾਜ਼ ਜਾਂਦੀ ਹੈ ਉਤਨਾ ਵਾਯੂਮੰਡਲ ਪਵਿੱਤਰ ਹੋ ਜਾਂਦਾ ਹੈ, ਉਤਨੇ ਇਨਵਾਇਰਮੈਂਟ ਵਿੱਚ ਗੁਰੂ ਸਾਹਿਬ ਦੀ ਵਾਈਬ੍ਰੇਸ਼ਨ ਹੁੰਦੀਆਂ। ਸਾਇੰਸ ਵੀ ਇਸ ਬਾਤ ਨੂੰ ਮੰਨਦੀ ਹੈ ਕਿ ਵਾਈਬ੍ਰੇਸ਼ਨ ਮਿਊਜ਼ਿਕ ਦੀ, ਸੰਗੀਤ ਦੀ ਵਾਈਬ੍ਰੇਸ਼ਨ 9 ਮੀਲ ਤੱਕ ਮਾਰ ਕਰਦੀ ਹੈ। 9 ਮੀਲ ਤੱਕ ਵਾਈਬ੍ਰੇਸ਼ਨ ਦਾ ਪ੍ਰਭਾਵ ਪੈਂਦਾ ਹੈ। ਤੇ ਕਬੀਰ ਜੀ ਤੇ ਆਖਦੇ ਹਨ, ਸੋਈ ਮੁਖ ਧਨ ਹੈ ਜਾਂ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਜਿੱਥੇ ਕੋਈ ਨਾਮ ਜਪਣ ਵਾਲਾ ਬੈਠਾ ਨਾ, 9 ਮੀਲ ਦੀ ਗੱਲ ਛੱਡੋ, ਉਹ ਸਾਰਾ ਗਾਮ, ਸਾਰਾ ਨਗਰ ਹੀ ਪਵਿੱਤਰ ਹੋ ਜਾਂਦਾ। ਸ਼ਬਦ ਪੜ ਰਹੇ ਹਾਂ, ਸਾਜ ਨਾ ਸੰਤ आओ मेरे, आओ सारे पढ़िए। साजना संत आओ मेरे, साजना संत आओ मेरे, सारे पढ़ो जी। साजना संत आओ ਸੰਬੰਧੀਆਂ ਨੂੰ ਸੱਦਦਾ, ਬਈ ਆਓ। ਸੁਬਾਹ ਸਵੇਰ ਦੇ ਕੰਮ ਤੇ ਗਏ ਹੋਏ ਹਾਂ, ਸ਼ਾਮਾਂ ਨੂੰ ਸੱਜਣ ਮਿੱਤਰ ਆ ਜਾਣ, ਰਲ ਮਿਲ ਬੈਠੀਏ, ਕੁਝ ਖਾਈਏ ਪੀਵੀਏ, ਹੱਸੀਏ ਖੇਡੀਏ, ਤਰੋ ਤਾਜ਼ਾ ਹੋ ਜਾਈਦਾ। ਕਿਉਂਕਿ ਬਾਹਰ ਸਾਰਾ ਦਿਨ ਗ੍ਰਸਤੀ ਨੂੰ ਝਮੇਲੇ ਬਹੁਤ ਹਨ। ਸ਼ਾਮ ਨੂੰ ਸੱਜਣ ਮਿੱਤਰ ਆ ਜਾਣ, ਸਮਾਂ ਚੰਗਾ ਬਤੀਤ ਹੋ ਗਿਆ। ਤੇ ਗੁਰਮੁਖ ਸੱਜਣ, ਨਾਮ ਜਪਣ ਵਾਲੇ, ਭਗਤੀ ਦੇ ਆਸ਼ਿਕ, ਉਹ ਕਿਹਨਾਂ ਨੂੰ ਸੱਦਦੇ ਹਨ? ਉਹ ਸੰਤਾਂ ਨੂੰ ਸੱਦਦੇ ਹਨ। ਕਿਉਂ? ਸੰਸਾਰ ਵਿੱਚ ਵਿਚਰਦਿਆਂ ਮਾਇਆ ਜੀਵ ਨੂੰ ਪੋ ਜਾਂਦੀ ਹੈ, ਦੱਸਦੀ ਹੈ, ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ।
ਉਹ ਮਾਇਆ ਹੈ ਜਿਸ ਕਾਰਨ ਰੱਬ ਭੁੱਲ ਜਾਂਦਾ ਹੈ। ਹਰ ਜੀਵ ਨੂੰ ਮਾਇਆ ਡੰਗਦੀ ਹੈ। ਬਾਣੀ ਆਖਦੀ ਹੈ ਕਬੀਰ, ਮਾਇਆ ਹੋਈ ਨਾਗਨੀ जगत रही लपटाए, जो इसकी सेवा करे तिस ही को फिर खाए। सप नूं दुध पिलाया पर उस दे मन विच इस बात दा रत्ता जिहा भी शुक्र नहीं, दुध पिलाण वाले हथ नूं ही सप डंग लैंदा। आख्या जो माया दे मगर भजदे हन ना, माया कोई धन नहीं, केवल धन नहीं माया, ये गृहस्थियां दे झमेले इन्हां दे विच रब भुल जांदे। ये माया है। इस वास्ते संतां नूं सदिया। ये संत सज्जन, ये गुरमुख प्यारिओ, ये साईं दे सवारिओ, आओ आके परमेश्वर दे गुण गाओ। जिमें जिमें गुण गाओगे मेरा सुक्का सड़िया मन हरिया भरिया हो जाएगा। बाबा जी दे पास धन धन बाबा नंद सिंह जी महाराज, जिन्हां दी तुफैल दा सदका असी ये शब्द पढ़ रहे हाँ। और इस गुरमुख परिवार दे गृह विखे ये बाबा जी दा पिछली बार भी मैं आया, मैं बात कीती सीगी, जिन्हां ने महाराज जी दे, मेरे पूज दादा जी संत सुजान सिंह जी महाराज जी दे कीर्तन सुने होण, उन्हां दे कीर्तन विच एक जिक्र आंदा है, एक वचन आंदा है। लुधियाने दे जिले विच इतने को नास्तिक हो गए, वो समा इतना कठोर सी कि गुरु ग्रंथ साहिब सच्चे पातशाह जी नूं अलमारियां दे विच बंद करके रखिया जांदा सीगा। पुरातन समय दी बात है। इतना कठोर समा सी कि गुरु ग्रंथ साहिब सच्चे पातशाह जी नूं अलमारियां विच बंद करके रखिया जाना। ते उसे जिले विच नानक सर कलेरी धन बाबा नंद सिंह जी ने ऐसी नाम दी जोत जगाई कि घर घर गुरु ग्रंथ साहिब सच्चे पातशाह जी दा सोहना प्रकाश है। घर घर विच प्रकाश है। और जे पूजा देखनी है, जे सेवा देखनी है गुरु ग्रंथ साहिब सच्चे पातशाह जी दी, तां किसी बाबा जी दे संगी दे घर जाके देखो। असी पढ़ते हाँ, आज्ञा भई अकाल की तवे चलायो पंथ, सब सिखण को हुक्म है गुरु मान्यो। ग्रंथ गुरु ग्रंथ जी मान्यो, प्रगट गुरां की देह। पढ़ते हाँ, प्रगट गुरां की देह, पर कदी प्रगट मान के, कदी प्रगट जान के सेवा कीती है। ये सेवा सारे संसार ते ये बड़ा उपकार है। कोई इस बात नू जाने ना जाने, समझे ना समझे, ना पछाणे, गुरु ग्रंथ साहिब सच्चे पातशाह जी नू पूजना, मनना, सेवा करनी, ये संसार नू धन बाबा नंद सिंह जी महाराज जी दी देन है। ते बाबा जी दे पास फिर धारना लग्या करदी सी बई सुक्का सड़िया मन हरिया भरिया हो जाएगा। किंज नाम जप के, हर का नाम ध्याए के हो हरिया पाई। हरिया हो जाएगा, हर जी का नाम ध्याए, हरिया हो जाएगा, हर जी का नाम नाम तेरा है, हर जी का नाम तेरा है।
गुरु की संगत जपो श्री वाहिगुरु। इस वास्ते संतां नूं सदिया है, क्योंकि संत ही संतां दी संगत नाल ही केवल नाम चित आ सकता है। साजना संत आओ मेरे, आनंदा गुण गाए मंगल, कस मला मिट जाहे परेरे। संत चरण धरो माथे, चांद ना ग्रह होए अंधेरे। संत प्रसाद कमल विगसे, गोविंद भजो पेख नेरे। प्रभ कृपाते संत पाए, वार वार
नानक होवे। आओ सारे पढ़िए। साजना संत आओ मेरे, साजना संत आओ मेरे, साजना संत आओ मेरे, साजना संत आओ मेरे, साजना संत आओ बाबा जी का जीवन संपूर्ण सिंह पुरातन संगी सन बाबा जी दे। कई सियाणे हो जाते हैं ना पढ़ लिख के, मन विच उन्हां दे विचार पक्के हो जाते हैं। ये भावना पक्की हो गई बई बंदा बंदे नूं मत्था क्यों टेके, भावें संत ही होण मत्था नहीं टेकना बनता। ते सुनिया बाबा नंद सिंह जी कोई करनी कमाई वाले हैं, बड़ी दुनिया मंदी है। सोचिया चलो चलते हाँ, देखने हाँ कोई सचमुच करनी कमाई है। जिस वेले आए ते अगे बाबा जी दीवान विच बैठे, गुरु ग्रंथ साहिब सच्चे पातशाह वाल मुख करके सरदार संपूर्ण सिंह जी उस वेले दे 70 साल ते बाबा जी नूं संसार नूं विछोड़ा दित्तियां हो गए। ते अज तो 90 साल पहले की बात है। ये हुण 28 तरीक जो आ रहा है, 28 अगस्त धन धन बाबा नंद सिंह जी महाराज जी की 70वीं बरसी है। 90 साल पहले की बात है। संपूर्ण सिंह जी आए, पिछों मत्था टेकिया, बाबा जी ने निगाह फेरी, कंड पिछे तकिया ते बचन कीता बई बंदा बंदे नूं मत्था क्यों टेके। वो सोच के आए ऐसी भावना कि असी मैं जाके पूछांगा, क्योंकि पढ़े लिखे सन। उस वेले अंग्रेजां दे जमाने विच वकील लाहौर दे मन्ने परमन्ने, बड़ी चढ़त सी। ते सोच के आए मैं जाके गलबात करनी है। भावना नहीं सी ना अजे, भावना आ गए ते गुरु ग्रंथ साहिब सच्चे पातशाह प्रतख गुरु नानक है। जे भावना आ जाए ते बाबा जी ने कंड पिछे तकिया ते आख्या भी बंदा बंदे नूं मत्था क्यों टेके। गुरु ग्रंथ साहिब तुहाडे घर फिर क्यों उठदे हो ते संगत विच भड़ पैंदे हो। मैं संतां कोल जा रहा, की लोड़ है संतां कोल जाण दी, संगत विच जाण दी। गुरु ग्रंथ साहिब तुहाडे घर हन, सेवा करो, पाठ करो। सारी संगत चुप। संपूर्ण सिंह जी सोचन लगे कि जेड़ी गल मैं सोच के आया सी
इहो गल इन्हां ने बुझ लई है, मेरे मन की जान लई है, ते खबरे जवाब भी ढुकवां दे देण, सही जवाब मिल जावे ते पता लग जावे। ते बाबा जी आखन लगे, जे तुहानू कोई पूछे ना संतां कोल क्यों जांदे हो, ते आखना असी नहीं जांदे, सानू ते गुरु ग्रंथ साहिब साडा कन मरोड़ के आखदा है जाओ संतां कोल जाओ। गुरु ग्रंथ साहिब विच केवल नाम दी महिमा, नाम दे दाते गुरु दी महिमा और नाम जपण वाले संतां दी महिमा है। नाम रहो साधु रहो, रहो गुरु गोबिंद। केवल नाम, नाम दा दाता गुरु ते नाम जपण वाले संत महापुरुष। आख्या गुरु ग्रंथ साहिब आखदा संतां की होए दासरी, ਇਹ ਅਚਾਰਾ ਸਿੱਖਰੀ। ਸੰਤਾਂ ਕੋਲ ਜਾਓ, ਸੰਗਤ ਵਿੱਚ ਜ਼ਰੂਰ ਜਾਓ। ਚਲੋ ਇੱਕ ਸ਼ੰਕਾ ਹੱਲ ਹੋ ਗਿਆ, ਸੰਗਤ ਵਿੱਚ ਜ਼ਰੂਰ ਜਾਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਆਖ ਰਹੇ ਨੇ। ਫਿਰ ਮੱਥਾ ਕਿਉਂ ਟੇਕੀਏ ਕਿਸੇ ਸੰਤ ਨੂੰ, ਇਹ ਦੂਸਰਾ ਸਵਾਲ ਹੈ। ਆਖਿਆ ਬਈ ਇਸ ਸਵਾਲ ਦਾ ਜਵਾਬ ਇਹ ਹੈ, ਕਿਸੇ ਨੇ ਘਰ ਬਣਾਇਆ ਨਵਾਂ, ਉਸ ਨੂੰ ਹੁਣ ਬਿਜਲੀ ਦਾ ਕਨੈਕਸ਼ਨ ਚਾਹੀਦਾ। बिजली का कनैक्शन चाहिए है, तो जिथे बिजली पैदा होती है, जिथे कोई थर्मल पावर प्लांट लगा है, कोई हाइडल प्लांट लगा है, उत्थे जाके आखेगा मैनू बिजली चाहिए है। जिथे बिजली बन रही है तू उत्थे पहुंच सकना। आख्या जी नहीं, उत्थे तो नहीं पहुंच सकता, फिर किथे जाके मंगना जी? अगे डिस्ट्रीब्यूशन सेंटर बने होंगे हैं, जिथों बिजली तकसीम होती है, वंडी जाती है। उत्थे जाके तू एप्लीकेशन देवेगा, तेनू बिजली प्रकाश मिल जाएगा। आख्या जी बात से ठीक है, समझ नहीं आई। आख्या गुरु ग्रंथ साहिब सच्चे पातशाह प्रकाश है, गुरु है, ज्ञान है, पर उतों प्राप्त नहीं होता। प्राप्त होवेगा जिस वेले किसी संत दी सेवा करेगा। संतां दे चरण डिस्ट्रीब्यूशन मानो सेंटर हन, जिस वेले किसी ना किसी महापुरुष की सेवा करेगा, किसे महापुरुष की गल, जिथे तेरा मन मनता है। हुणे इहो बात बाहर हो रही सी ना, भावें संत सुजान सिंह जी महाराज जी दे कीर्तन तो प्रेरणा मिले, किते भावें भाई साहब भाई रणधीर सिंह जी दे कीर्तन तो लाभ लग जाए, ते किथे दोदड़े दी संगत तो अमृत वेला नसीब हो जाए, कुछ प्राप्त हो जाए। किथे जाओ, जिथे जाओगे कुछ ना कुछ लैके आओगे। जिस वे लैके आओगे तुहाडा गुरु ग्रंथ साहिब की सेवा विच मन ज्यादा लगेगा। जुड़ना गुरु ग्रंथ साहिब नाल है, पर संगत विच जरूर जाना है। संगत तो तैनू भावना मिलेगी, प्रेरणा मिलेगी। गुरमुख सज्जन की अरदास करते हो, सही गुरमुख प्यारे मेल, जिन्ना मिलिया तेरा सतनाम श्री वाहिगुरु चित आ। गुरमुख सज्जन ऐसे मिलन, वो मिलन दा तरला है। आओ सारे करिए। साजना संत आओ मेरे, साजना संत आओ मेरे, साजना संत आओ मेरे, साजना संत आओ मेरे, आओ मेरे
मैनू समय का पता नहीं। आओ एक शब्द और पढ़िए, ये फिर समाप्ति करिए। Vai que caminho. ताती वाओ न लगई पार ब्रह्म सरनाई। ताती वाओ न लगई पार ब्रह्म सरनाई। ताती वाओ न लगई हमारे